ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼ਹੀਦੀ ਪਰੰਪਰਾ ਬਾਰੇ ਵਿਚਾਰ ਸਾਂਝੇ ਕਰਾਂਗੇ। ਸਿੱਖ ਪੰਥ ਦੀ ਇਹ ਖਾਸ ਕੌਮੀ ਵਿਲੱਖਣਤਾ ਹੈ ਕਿ ਉਹ ਆਪਣੇ ਸ਼ਹੀਦਾਂ ਤੇ ਸੂਰਮਿਆਂ ਪ੍ਰਤੀ ਹੱਦੋਂ ਵੱਧ ਨਿਸ਼ਠਾਵਾਨ ਤੇ ਭਾਵੁਕ ਹਨ। ਧਰਮ ਹੇਤ ਕੁਰਬਾਨ ਹੋਏ ਸ਼ਹੀਦ ਸਿੱਖ ਕੌਮ ਦੇ ਸੱਭਿਆਚਾਰ ਆਦਰਸ਼ ਹਨ। ਸਿੱਖ ਇਤਿਹਾਸ, ਸੱਭਿਆਚਾਰ ਤੇ ਪਰੰਪਰਾ ਅੰਦਰ ਸ਼ਹੀਦਾਂ ਤੇ ਨਾਇਕਾਂ ਦਾ ਮਰਤਬਾ ਬਹੁਤ ਉੱਚਾ ਹੈ, ਇੱਕਦਮ ਪੂਜਨਯੋਗ। ਸ਼ਹੀਦ ਸਿੱਖ ਇਤਿਹਾਸ ਦਾ ਗੌਰਵ ਹਨ, ਵਿਰਸੇ ਦੀ ਸ਼ੋਭਾ ਜਿਨ੍ਹਾਂ ਉੱਤੇ ਸਿੱਖਾਂ ਨੂੰ ਉਚੇਚਾ ਮਾਣ ਹੈ। ਸਿੱਖ ਹਿਰਦਿਆਂ ਅੰਦਰ ਉਹਨਾਂ ਪ੍ਰਤੀ ਅਟੁੱਟ ਡੂੰਘੀ ਸ਼ਰਧਾ ਤੇ ਅਸ਼ੁੱਧ ਸਤਿਕਾਰ ਹੈ। ਨਾਲ ਹੀ ਮਨਾਂ ਅੰਦਰ ਉਹਨਾਂ ਵਰਗੇ ਬਣਨ ਦੀ ਧੁਵੀ ਆਰਜ਼ੂ ਹੈ। ਸਿੱਖ ਇਤਿਹਾਸ ਦੀ ਸਿਰਜਣਾ ਵਿੱਚ ਸ਼ਹਾਦਤ ਦੀ ਭੂਮਿਕਾ ਇੰਨੀ ਗੂੜ੍ਹੀ ਤੇ ਉੱਭਰਵੀਂ ਹੈ ਕਿ ਸ਼ਹੀਦਾਂ ਤੋਂ ਬਿਨਾਂ ਸਿੱਖ ਇਤਿਹਾਸ ਨੂੰ ਚਿਤਵਿਆ ਨਹੀਂ ਜਾ ਸਕਦਾ। ਉਹਨਾਂ ਇਤਿਹਾਸ ਸਿਰਜਿਆ ਹੀ ਨਹੀਂ, ਉਹਨਾਂ ਇਸ ਦਾ ਵਹਿਣ ਹੀ ਬਦਲ ਕੇ ਰੱਖ ਦਿੱਤਾ। ਸਿੱਖ ਜਿੰਨੀ ਸਿੱਦਤ ਤੇ ਅਦਬ ਪਿਆਰ ਦੇ ਨਾਲ ਆਪਣੇ ਸ਼ਹੀਦਾਂ ਤੇ ਨਾਇਕਾਂ ਨੂੰ ਯਾਦ ਕਰਦੇ ਹਨ, ਸ਼ਾਇਦ ਹੀ ਕੋਈ ਹੋਰ ਕੌਮ ਕਰਦੀ ਹੋਵੇ। ਉਹ ਉਹਨਾਂ ਨੂੰ ਮੁੜ ਚੇਤੇ ਕਰਦੇ ਹਨ। ਉਹਨਾਂ ਦੇ ਅਦੁੱਤੀ ਕਾਰਨਾਮਿਆਂ ਨੂੰ ਵਾਰ-ਵਾਰ ਚਿਤਾਰਿਆ ਜਾਂਦਾ ਹੈ। ਹਰ ਸੁਬਾ ਸ਼ਾਮ ਅਰਦਾਸ ਵਿੱਚ ਉਹਨਾਂ ਦਾ ਅਨੰਤ ਸ਼ਰਧਾ ਨਾਲ ਉਲੇਖ ਕੀਤਾ ਜਾਂਦਾ ਹੈ। ਢਾਡੀਆਂ ਦੁਆਰਾ ਸ਼ਹੀਦਾਂ ਦੇ ਸਬਰ, ਸਿਦਕ, ਸਿਰੜ ਹੌਸਲੇ, ਪਰਸੁਆਰਥ ਤੇ ਸ਼ੂਰਬੀਰਤਾ ਦੀਆਂ ਉਹਨਾਂ ਦੀ ਆਪਣੇ ਗੁਰੂ ਨਾਲ ਅਟੁੱਟ ਪ੍ਰੀਤ ਤੇ ਆਪਣੇ ਧਰਮ ਵਿੱਚ ਅਡੋਲ ਨਿਸ਼ਠਾ ਦੀਆਂ ਅਤੇ ਉਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਸਿੱਖ ਧਰਮ ਅੰਦਰ ਕੋਈ ਵਿਅਕਤੀ ਖਾਲੀ ਨਾਉ ਕਮਾਉਣ ਲਈ ਜਾਂ ਮਰਨ ਦਾ ਠਰਕ ਪੂਰਾ ਕਰਨ ਲਈ ਅਤੇ ਜਾਂ ਜਿਵੇਂ ਕਿ ਕੁਰਬਾਨੀ ਨੂੰ ਹਿੰਦੂ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ, ਕਿਸੇ ਦੇਵੀ ਦੇਵਤੇ ਨੂੰ ਰਿਝਾਉਣ ਲਈ ਜਾਨ ਦੀ ਬਲੀ ਨਹੀਂ ਦਿੰਦਾ। ਨਾ ਹੀ ਇਸਲਾਮ ਤੇ ਈਸਾਈ ਵਿਸ਼ਵਾਸ ਮੁਤਾਬਕ ਕਿਸੇ ਸਵਰਗ ਦੀਆਂ ਸੁੱਖ ਸਹੂਲਤਾਂ ਮਾਣਨ ਲਈ ਜਾਨ ਕੁਰਬਾਨ ਕਰਦਾ ਹੈ। ਇਸ ਸਭ ਕੁਝ ਤੋਂ ਹਟ ਕੇ ਉਹ ਕੁਝ ਖਾਸ ਅਸੂਲਾਂ ਤੇ ਆਦਰਸ਼ਾਂ ਲਈ ਆਪਾ ਕੁਰਬਾਨ ਕਰਦਾ ਹੈ। ਸਿੱਖ ਸ਼ਹਾਦਤ ਦਾ ਅਸੂਲਾਂ ਤੇ ਆਦਰਸ਼ਾਂ ਨਾਲ ਜੁੜੇ ਹੋਣਾ ਇਸ ਨੂੰ ਨਿਆਰਾ ਮਹੱਤਵ ਪ੍ਰਦਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਸਿੱਖ ਸ਼ਹਾਦਤ ਦਾ ਇੱਕ ਹੋਰ ਨਿਆਰਾ ਤੇ ਅਹਿਮ ਪੱਖ ਇਹ ਹੈ ਕਿ ਇਸ ਦੇ ਥੀਮ ਅੰਦਰ ਵੱਖਰੀ ਪਛਾਣ ਦਾ ਸੰਕਲਪ ਗੂੜ੍ਹੀ ਤਰ੍ਹਾਂ ਸਮਾਇਆ ਹੋਇਆ ਹੈ। ਇਤਿਹਾਸ ਅੰਦਰ ਸਿੱਖ ਕੁਰਬਾਨੀਆਂ ਦਾ ਉਘੜਵਾਂ ਲੱਛਣ ਇਹਨਾਂ ਦਾ ਸਿੱਖ ਪੰਥ ਦੀ ਆਪਣੇ ਨਿਆਰੇਪਣ ਦੀ ਰਾਖੀ ਦੇ ਕਰਮ ਨਾਲ ਜੁੜੇ ਹੋਣਾ। ਪੰਜਵੇਂ ਤੇ ਨੌਵੇਂ ਪਾਤਸ਼ਾਹ ਸਮੇਤ ਪੁਰਾਤਨ ਸਿੱਖ ਸ਼ਹੀਦਾਂ ਦੁਆਰਾ ਵੇਲੇ ਦੀ ਹੁਕਮਰਾਨ ਸ਼ਕਤੀ ਦੀਆਂ ਮੁਸਲਿਮ ਧਰਮ ਕਬੂਲ ਕਰ ਲੈਣ ਦੀਆਂ ਪੇਸ਼ਕਸ਼ਾਂ ਨੂੰ ਹਕਾਰਤ ਨਾਲ ਠੁਕਰਾ ਦੇਣ ਦੇ ਪੈਂਤੜੇ ਪਿੱਛੇ ਉਹਨਾਂ ਦਾ ਆਪਣੀ ਨਿਆਰੀ ਧਾਰਮਿਕ ਹਸਤੀ ਨਾਲ ਲਗਾਓ ਤੇ ਇਸ ਦੇ ਵਾਸਤੇ ਜਾਨ ਤੱਕ ਨਿਸ਼ਾਵਰ ਕਰ ਦੇਣ ਦਾ ਮੂੰਹ ਜ਼ੋਰ ਜਜ਼ਬਾ ਪ੍ਰਤੱਖ ਜ਼ਾਹਰ ਹੁੰਦਾ ਹੈ। ਪੁਰਾਤਨ ਸਿੱਖ ਸਾਹਿਤ ਅੰਦਰ ਇਸ ਪੱਖ ਉੱਤੇ ਖਾਸ ਤੌਰ ਤੇ ਬਲ ਦਿੱਤਾ ਗਿਆ ਹੈ। ਅਮਰਾਈ ਦੀ ਸਾਖੀ ਤੋਂ ਇਹ ਸੱਚ ਸਵੈ ਸਿੱਧ ਹੀ ਪ੍ਰਗਟ ਹੋ ਜਾਂਦਾ ਹੈ ਕਿ ਮਸਲਾ ਸਿਰਫ ਬਾਹਰੀ ਸਰੂਪ ਹੀ ਨਹੀਂ ਸੀ, ਸਗੋਂ ਬਰਾਬਰ ਵਿਚਾਰਧਾਰਾ ਦਾ ਵੀ ਸੀ। ਸਤਵੇਂ ਗੁਰੂ ਨੇ ਆਪਣੇ ਹੀ ਪੁੱਤਰ ਦੀ ਸਿਧਾਂਤਕ ਲਿਖਣ ਦਾ ਤਿੱਖਾ ਨੋਟਿਸ ਲੈਂਦਿਆਂ ਇਸ ਵਿਰੁੱਧ ਅਡੋਲ ਅਸੂਲੀ ਪੋਜੀਸ਼ਨ ਅਖਤਿਆਰ ਕਰਕੇ ਸਿੱਖਾਂ ਨੂੰ ਇਹ ਅੜਮਾ ਸੰਦੇਸ਼ ਦੇ ਦਿੱਤਾ ਸੀ ਕਿ ਵੇਲੇ ਦੀ ਹੁਕਮਰਾਨ ਤਾਕਤ ਦੇ ਜ਼ੁਲਮਾਂ ਤੋਂ ਡਰਦਿਆਂ ਜਾਂ ਉਸ ਨਾਲ ਸਮਝੌਤੇ ਦੀ ਲਾਲਸਾ ਨਾਲ ਕੋਈ ਵਿੱਚ ਵਿਚਾਲੇ ਦਾ ਰਾਸਤਾ ਤਲਾਸ਼ਣ ਦੀ ਰੁਚੀ ਵਸ ਸਿੱਖ ਸਿਧਾਂਤਾਂ ਅੰਦਰ ਕੋਈ ਤੋੜ ਫੋੜ ਜਾਂ ਫੇਰ ਬਦਲ ਕਰਨ ਦੇ ਯਤਨ ਨੂੰ ਕਿਸੇ ਵੀ ਸੂਰਤ ਪ੍ਰਵਾਨਗੀ ਨਹੀਂ ਮਿਲੇਗੀ ਅਤੇ ਅਜਿਹੀ ਵੱਜਰ ਸਿਧਾਂਤਕ ਗੁਰਹਿਤ ਕਰਨ ਵਾਲੇ ਨੂੰ ਸਿੱਖ ਪੰਥ ਵਿੱਚੋਂ ਹਮੇਸ਼ਾ ਲਈ ধিੱਕਾਰ ਦਿੱਤਾ ਜਾਵੇਗਾ। ਸੋ ਸਿੱਖ ਸ਼ਹਾਦਤ ਦੇ ਅਮਲ ਨਾਲ ਸੁਭਾਵਿਕ ਤੇ ਅਟਲ ਰੂਪ ਵਿੱਚ ਸਿੱਖ ਕੌਮ ਅੰਦਰ ਨਿਆਰੀ ਹਸਤੀ ਦਾ ਜਾਜਾ ਪ੍ਰਫੁੱਲਤ ਹੁੰਦਾ ਹੈ। ਵੇਲੇ ਦੀ ਹੁਕਮਰਾਨ ਤਾਕਤ ਨੇ ਜਦ ਵੀ ਕਿਸੇ ਵੀ ਕਾਰਨ ਕਰਕੇ ਸਿੱਖ ਕੌਮ ਦੇ ਨਿਆਰੇਪਣ ਨੂੰ ਕਾਰਨ ਜਾਂ ਮਿਟਾਉਣ ਦੀ ਜਿੱਦ ਕੀਤੀ ਹੈ ਤਾਂ ਸਿੱਖ ਕੌਮ ਨੇ ਸ਼ਹਾਦਤਾਂ ਦੀ ਝੜੀ ਲਾ ਕੇ ਆਪਣੇ ਇਸ ਨਿਆਰੇਪਣ ਨੂੰ ਹਮੇਸ਼ਾ ਬੁਲੰਦ ਰੱਖਿਆ ਹੈ। ਅਸਲ ਵਿੱਚ ਸਿੱਖ ਜਦ ਵਿਰੋਧੀ ਵਰਗ ਦੇ ਜ਼ੁਲਮਾਂ ਦਾ ਟਾਕਰਾ ਕਰ ਰਹੇ ਹੁੰਦੇ ਹਨ ਤਾਂ ਆਪਣੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਜ਼ਰੀਏ ਉਹ ਆਪਣੇ ਲਹੂ ਨਾਲ ਵਿਰੋਧੀ ਵਰਗ ਵੱਲੋਂ ਵੱਖਰੇਵੇਂ ਦੀ ਗੂੜ੍ਹੀ ਅਮਿੱਟ ਲੀਕ ਖਿੱਚ ਰਹੇ ਹੁੰਦੇ ਹਨ। ਉਹ ਵਿਰੋਧੀ ਵਰਗ ਨੂੰ ਆਪਣੇ ਨਾਲੋਂ ਅਲੱਗ ਹੀ ਨਹੀਂ, ਉਸ ਨੂੰ ਨੈਤਿਕ ਪੱਖ ਤੋਂ
ਗੁਨਾਹਗਾਰ ਵੀ ਸਾਬਤ ਕਰ ਰਹੇ ਹੁੰਦੇ ਹਨ। ਆਪਣੀ ਨਿਡਰਤਾ ਤੇ ਸੂਰਮ ਗਤੀ ਨਾਲ ਉਹ ਦੁਸ਼ਮਣ ਨੂੰ ਕਾਇਰ ਤੇ ਕਮਜ਼ੋਰ ਦਰਸਾ ਰਹੇ ਹੁੰਦੇ ਹਨ। ਇਸ ਕਰਕੇ ਸਿੱਖ ਜਦ ਆਪਣੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਉੱਚਿਆ ਰਹੇ ਹੁੰਦੇ ਹਨ ਤਾਂ ਇਸ ਨਾਲ ਉਹ ਆਪਣੇ ਵਿਰੋਧੀ ਵਰਗ ਨਾਲੋਂ ਖਿੱਚੀ ਨਖੇੜੇ ਦੀ ਲੀਕ ਨੂੰ ਹੋਰ ਗੂੜਾ ਕਰ ਰਹੇ ਹੁੰਦੇ ਹਨ। ਠੀਕ ਇਹੀ ਵਜ੍ਹਾ ਹੈ ਕਿ ਹਰ ਯੁੱਗ ਅੰਦਰ ਨਿਆਰੀ ਸਿੱਖ ਹਸਤੀ ਨੂੰ ਮਿਟਾਉਣ ਤੇ ਹਰ ਹਾਕਮ ਨੇ ਸਿੱਖ ਸ਼ਹਾਦਤਾਂ ਦੀ ਆਭਾ ਨੂੰ ਧੁੰਦਲਿਆ ਪਾਉਣ ਅਤੇ ਇਹਨਾਂ ਦੇ ਅਰਥਾਂ ਤੇ ਮਹੱਤਵ ਨੂੰ ਪੇਤਲੇ ਪਾਉਣ ਦੇ ਪੁਰਜ਼ੋਰ ਯਤਨ ਕੀਤੇ ਹਨ। ਇਹੀ ਵਜ੍ਹਾ ਸੀ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗ ਗਿਆ ਸੀ ਕਿ ਜਿਵੇਂ ਕਿਵੇਂ ਵੀ ਸਿੱਖਾਂ ਨੂੰ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਤੋਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਖਾਸ ਕਰਕੇ ਹੀ ਬੇਮੁਖ ਹੋਣ ਲਈ ਪ੍ਰੇਰਿਆ ਜਾਵੇ। ਉਹਨਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਇਹਨਾਂ ਜੁਝਾਰੂਆਂ ਨੂੰ ਕਿਸੇ ਤਰ੍ਹਾਂ ਵੀ ਸਿੱਖਾਂ ਦੇ ਕੌਮੀ ਸ਼ਹੀਦਾਂ ਦਾ ਰੁਤਬਾ ਨਾ ਦਿੱਤਾ ਜਾਵੇ। ਇਹਨਾਂ ਦੀਆਂ ਸ਼ਹੀਦੀ ਯਾਦਗਾਰਾਂ ਕਾਇਮ ਨਾ ਕੀਤੀਆਂ ਜਾਣ। ਸਿੱਖ ਅਰਦਾਸ ਅੰਦਰ ਇਹਨਾਂ ਦਾ ਕਿਸੇ ਵੀ ਰੂਪ ਵਿੱਚ ਸਿੱਧਾ ਜਾਂ ਅਸਿੱਧਾ ਜ਼ਿਕਰ ਨਾ ਕੀਤਾ ਜਾਵੇ ਅਤੇ ਇਹਨਾਂ ਦੇ ਸ਼ਹੀਦੀ ਕਰਮ ਨੂੰ ਕਿਸੇ ਵੀ ਤਰ੍ਹਾਂ ਨਾਲ ਸਲਾਹਿਆ ਤੇ ਉਚਾਇਆ ਨਾ ਜਾਵੇ, ਕਿਉਂਕਿ ਆਪਣੀ ਵਿਰਾਸਤ ਤੇ ਪਹਿਰਾ ਦਿੰਦਿਆਂ ਇਹਨਾਂ ਸਿੰਘਾਂ ਨੇ ਆਪਣੇ ਲਹੂ ਨਾਲ ਹਿੰਦੂ ਸਮਾਜ ਨਾਲੋਂ ਸਿੱਖ ਪੰਥ ਦੇ ਵੱਖਰੇਪਣ ਦੀ ਜੋ ਗੂੜੀ ਲੀਕ ਵਾਹ ਦਿੱਤੀ, ਉਹ ਲੀਕ ਹਿੰਦੂ ਹਾਕਮਾਂ ਲਈ ਡੂੰਘੀ ਚਿੰਤਾ ਤੇ ਪਰੇਸ਼ਾਨੀ ਦਾ ਕਾਰਨ ਬਣ ਗਈ। ਉਹ ਇਸ ਲੀਕ ਨੂੰ ਮਿਟਾ ਦੇਣ ਤੇ ਤੂਹ ਸਨ। ਇਸ ਮਕਸਦ ਲਈ ਉਹਨਾਂ ਜੋ ਤਕਰੀਬਾਂ ਘੜੀਆਂ ਅਤੇ ਸਿੱਖਾਂ ਅੰਦਰਲੇ ਹੀ ਕੁਝ ਤੱਤਾਂ ਦਾ ਜਿਸ ਕਦਰ ਆਪਣੇ ਹੱਥ ਠੋਕਿਆ ਵਜੋਂ ਇਸਤੇਮਾਲ ਕੀਤਾ, ਇਸ ਦਾ ਜ਼ਿਕਰ ਕਿਤੇ ਅੱਗੇ ਜਾ ਕੇ ਕੀਤਾ ਜਾਵੇਗਾ। ਸ਼ਹੀਦੀ ਪਰੰਪਰਾ ਸਿੱਖਾਂ ਅੰਦਰ ਸਵੈ ਸਿੱਧ ਹੀ ਸਿਰਤਾਜਗੀ ਅਥਵਾ ਸੋਵਰੇਨਟੀ ਦੇ ਜਜ਼ਬੇ ਨੂੰ ਬਲ ਬਖਸ਼ਦੀ ਹੈ। ਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਉਹਨਾਂ ਨੂੰ ਸਿਰਤਾਜਗੀ ਗੁਰੂ ਸਾਹਿਬਾਨ ਨੇ ਬਖਸ਼ੀ ਹੈ। ਇਹ ਉਹਨਾਂ ਦਾ ਜਨਮ ਸਿੱਧ ਤੇ ਸੁਤੰਤਰ ਅਧਿਕਾਰ ਹੈ ਅਤੇ ਇਸ ਅਧਿਕਾਰ ਨੂੰ ਮਾਣਨ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਸਿੱਖਾਂ ਦਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਜ਼ੁਲਮਾਂ ਤੇ ਕੁਰਬਾਨੀਆਂ ਨਾਲ ਪਾਪ ਦਾ ਬੇੜਾ ਭਰ ਕੇ ਡੁੱਬ ਜਾਂਦਾ ਹੈ। ਜਿਵੇਂ ਗੁਰੂ ਸਾਹਿਬਾਨ ਤੇ ਹੋਰਨਾਂ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮੁਗਲ ਹਕੂਮਤ ਦੇ ਪਾਪਾਂ ਦਾ ਬੇੜਾ ਅੰਤ ਨੂੰ ਡੁੱਬ ਗਿਆ ਸੀ ਅਤੇ ਫਿਰ ਸਿੱਖਾਂ ਵੱਲੋਂ ਵਸੀਹ ਪੈਮਾਨੇ ਤੇ ਝੱਲੇ ਜ਼ੁਲਮਾਂ ਤੇ ਉਹਨਾਂ ਦੀਆਂ ਸਿਦਕ ਭਰੀਆਂ ਕੁਰਬਾਨੀਆਂ ਸਦਕਾ ਭਾਰਤ ਵਿੱਚੋਂ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ ਸੀ, ਉਵੇਂ ਹੀ ਭਾਰਤ ਦੇ ਮੌਜੂਦਾ ਹੁਕਮਰਾਨਾਂ ਵੱਲੋਂ ਸਿੱਖ ਪੰਥ ਉੱਤੇ ਢਾਏ ਗਏ ਅਤੇ ਢਾਏ ਜਾ ਰਹੇ ਘਿਨਾਉਣੇ ਜ਼ੁਲਮਾਂ ਦਾ ਨਤੀਜਾ ਵੀ ਹਿੰਦੂ ਸਲਤਨਤ ਦੇ ਖੈਰੂ ਖੈਰੂ ਹੋਣ ਵਿੱਚ ਨਿਕਲੇਗਾ। ਸਿੱਖਾਂ ਦਾ ਇਹ ਵਿਸ਼ਵਾਸ ਤੇ ਗੁਰੂ ਵਿੱਚ ਅਡੋਲ ਨਿਸ਼ਚਾ ਹੀ ਉਹਨਾਂ ਨੂੰ ਇਤਿਹਾਸ ਅੰਦਰ ਸਰਗਰਮ ਹੋਣ ਲਈ ਪ੍ਰੇਰਦਾ ਹੈ। ਸ਼ਹਾਦਤ ਦਾ ਅਮਲ ਸਿੱਖ ਪੰਥ ਅੰਦਰ ਕੌਮੀਅਤ ਦਾ ਸੰਕਲਪ ਤੇ ਜਜ਼ਬਾ ਦ੍ਰਿੜ ਕਰਦਾ ਹੈ। ਸਿੱਖ ਆਪਣੇ ਕਿਸੇ ਨਿੱਜੀ ਸਰੋਕਾਰ, ਲੋਭ, ਲਾਲਚ ਜਾਂ ਫਾਇਦੇ ਲਈ ਆਪਾ ਨਹੀਂ ਵਾਰਦਾ। ਉਹ ਪੰਥ ਦੇ ਸਮੂਹਿਕ ਹਿੱਤਾਂ ਨੂੰ ਪ੍ਰਮੁੱਖ ਰੱਖ ਕੇ ਹੀ ਜ਼ੁਲਮਾਂ ਤੇ ਤਸੀਹਿਆਂ ਨੂੰ ਖਿੜੇ ਮੱਥੇ ਝੱਲਦਾ ਅਤੇ ਲੋੜ ਪੈਣ ਤੇ ਆਪਣੀ ਜਾਨ ਤੱਕ ਦੀ ਬਾਜੀ ਲਾ ਦਿੰਦਾ ਹੈ। ਇਸ ਤਰ੍ਹਾਂ ਸਿੱਖਾਂ ਦਾ ਇਹ ਸਾਂਝਾ ਲਕਸ਼, ਸਾਂਝੀ ਸੋਚ ਤੇ ਸਾਂਝਾ ਅਨੁਭਵ ਉਹਨਾਂ ਅੰਦਰ ਸੁਭਾਵਿਕ ਰੂਪ ਵਿੱਚ ਆਪਣੇ ਅਟੱਲ ਤੌਰ ਤੇ ਸਾਂਝੀ ਕੌਮੀ ਸਪਿਰਿਟ ਪੈਦਾ ਕਰਦਾ ਹੈ। ਪਿਛਲੀਆਂ 2 ਕੁ ਸਦੀਆਂ ਦੇ ਸਮੁੱਚੇ ਸਿੱਖ ਅਮਲ ਉੱਤੇ ਢੁਕਵੀਂ ਨਜ਼ਰ ਮਾਰਿਆ ਇਤਿਹਾਸ ਦਾ ਇਹ ਮਿਜਾਜ ਪਛਾਣਨਾ ਔਖਾ ਨਹੀਂ ਕਿ ਸਿੱਖਾਂ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜੋਸ਼ ਅਤੇ ਜਜ਼ਬਾ ਹਮੇਸ਼ਾ ਇੱਕੋ ਪੱਧਰ ਤੇ ਨਹੀਂ ਰਹਿੰਦਾ। ਇਹ ਕਈ ਵਾਰਾਂ ਲੰਮੀ ਮੁੱਦਤ ਤੱਕ ਸੁਸਤਾਇਆ ਸਿਥਲ ਅਵਸਥਾ 'ਚ ਪਿਆ ਰਹਿੰਦਾ ਹੈ, ਪਰ ਫਿਰ ਕੁਦਰਤ ਦਾ ਕਹਿ ਲਓ ਜਾਂ ਹਾਲਤਾਂ ਦਾ ਕੋਈ ਅਜਿਹਾ ਢੁਕਦਾ ਹੈ ਕਿ ਇਹ ਮੁੜ ਤੋਂ ਦੁਨ ਸਵਾਏ ਜ਼ੋਰ ਨਾਲ ਕਿਰਿਆਸ਼ੀਲ ਹੋ ਉੱਠਦਾ ਹੈ। ਆਮ ਨਿਯਮ ਦੇ ਤੌਰ ਤੇ ਹੀ ਭਾਵੇਂ ਕਿ ਅਜਿਹੇ ਵਰਤਾਰਿਆਂ ਅੰਦਰ ਇਤਿਹਾਸਕ ਆਪ ਮੁਹਾਰਾਂ ਦੇ ਤਕੜੇ ਅੰਸ਼ ਮੌਜੂਦ ਹੁੰਦੇ ਹਨ, ਪਰ ਇਹ ਅਮਲ ਮੁੱਲੋਂ ਹੀ ਆਪ ਮੁਹਾਰਾ ਨਹੀਂ ਹੁੰਦਾ। ਹਰ ਵਾਰੀ ਇਤਿਹਾਸ ਦੇ ਮੰਚ ਤੇ ਇਸ ਅਮਲ ਨੂੰ ਸੇਧ ਤੇ ਉਗਾਸਾ ਦੇਣ ਵਾਲੀ ਕੋਈ ਕਰਤਾ ਮੁਖੀ ਤਾਕਤ ਹਾਜ਼ਰ ਹੁੰਦੀ ਹੈ। ਭਾਵੇਂ ਇਸ ਤਾਕਤ ਦੇ ਪ੍ਰਗਟ ਹੋਣ ਪਿੱਛੇ ਫਿਰ ਇਤਿਹਾਸ ਦੇ ਕੁਝ ਅਗੰਮੀ ਅਤੇ
ਇਤਫਾਕੀਆ ਤੱਥ ਕੰਮ ਕਰ ਰਹੇ ਹੁੰਦੇ ਹਨ। ਦੇਖਿਆ ਗਿਆ ਹੈ ਕਿ ਪਿਛਲੇ ਲਗਭਗ 1.5 ਸਦੀ ਦੇ ਇਤਿਹਾਸ ਅੰਦਰ ਸਿੱਖਾਂ ਦੁਆਰਾ ਵੇਲੇ ਦੀ ਹੁਕਮਰਾਨ ਤਾਕਤ ਵਿਰੁੱਧ ਲੜੀ ਗਈ ਹਰ ਵੱਡੀ ਲੜਾਈ ਤੋਂ ਪਹਿਲਾਂ ਕੁਝ ਚੇਤਨ ਬੁੱਧ ਵਿਅਕਤੀਆਂ ਨੇ ਬਕਾਇਦਾ ਵਿਉਂਤਬੱਧ ਤਰੀਕੇ ਨਾਲ ਕੌਮ ਅੰਦਰ ਜਾਗਰਤੀ ਲਿਆਉਣ ਦੇ ਸੁਚੇਤ ਉਪਰਾਲੇ ਕੀਤੇ, ਜਿਸ ਵਿੱਚ ਸਿੱਖਾਂ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜੋਸ਼ ਪੈਦਾ ਕਰਨ ਦੇ ਕਾਰਜ ਨੂੰ ਬਹੁਤ ਹੀ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਇਸ ਮਕਸਦ ਲਈ ਬਿਨਾਂ ਛੋਟ ਸਿੱਖਾਂ ਦੇ ਸ਼ੁਰਮਗਤੀ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਉਚੇਚੇ ਤੌਰ ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਿਤਾਰਿਆ ਤੇ ਪੁਕਾਰਿਆ ਜਾਂਦਾ ਰਿਹਾ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਅੰਦਰ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਜੋ ਜਾਨਦਾਰ ਸਿੱਖ ਉੱਭਰ ਵੇਖਣ ਨੂੰ ਮਿਲਿਆ, ਉਸ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਚੀਫ ਖਾਲਸਾ ਦੀਵਾਨ ਦੀਆਂ ਜਾਨਦਾਰ ਤੇ ਸੁਚੇਤ ਰੂਪ ਕੋਸ਼ਿਸ਼ਾਂ ਦਾ ਸਦਕਾ ਸਿੱਖ ਵਾਯੂਮੰਡਲ ਨੂੰ ਸ਼ਹੀਦੀ ਪਰੰਪਰਾ ਨਾਲ ਤਰਬਤਰ ਕੀਤਾ ਜਾ ਚੁੱਕਾ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਭਾਰਤ ਦੇ ਨਵੇਂ ਹਾਕਮਾਂ ਵਿਰੁੱਧ ਲੜਨ ਲਈ ਅਤੇ ਹਮੇਸ਼ਾ ਵਾਂਗ ਹੀ ਭਾਰੀ ਕੁਰਬਾਨੀਆਂ ਕਰਨ ਲਈ ਮਜਬੂਰ ਹੋਣਾ ਪਿਆ। ਤਾਂ ਸਿੱਖ ਕੌਮ ਦੀਆਂ ਅਗਵਾਊ ਤਾਕਤਾਂ ਨੇ ਕੌਮ ਅੰਦਰ ਜੰਗਜੂ ਸਪਿਰਿਟ ਪੈਦਾ ਕਰਨ ਲਈ ਸਿੱਖਾਂ ਦੇ ਸਿਦਕ ਤੇ ਕੁਰਬਾਨੀਆਂ ਭਰੇ ਇਤਿਹਾਸ ਅਤੇ ਵਿਰਸੇ ਦਾ ਮੁੜ ਅਰਸਾ ਤੱਕਿਆ। ਇਸ ਸੰਘਰਸ਼ ਦੇ ਪਹਿਲੇ ਤਾਜ਼ਾ ਦਮ ਦੌਰ ਅੰਦਰ ਆਮ ਕਿਰਿਆ ਦੇ ਤੌਰ ਤੇ ਹੀ ਕਿਤਾਬਾਂ ਤੇ ਟਰੈਕਟਾਂ ਦੇ ਰੂਪ ਵਿੱਚ ਵੀਰ ਰਸੀ ਸਾਹਿਤ ਛਾਪਣ ਵੰਡਣ ਤੋਂ ਇਲਾਵਾ ਅਕਾਲੀ ਦਲ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਰੋਜ਼ਾਨਾ ਅਖਬਾਰਾਂ ਵਿੱਚ ਕਰਮ ਸਿੰਘ ਜ਼ਖਮੀ ਤੇ ਗਿਆਨੀ ਭਜਨ ਸਿੰਘ ਦੇ ਇਤਿਹਾਸਕ ਵੀਰ ਰਸੀ ਨਾਵਲ ਉਚੇਚੇ ਤੌਰ ਤੇ ਲੜੀਵਾਰ ਰੂਪ ਵਿੱਚ ਛਾਪੇ ਜਾਂਦੇ ਰਹੇ, ਜਿਨ੍ਹਾਂ ਨੇ ਉਸ ਮੌਕੇ ਸਿੱਖ ਪਾਠਕਾਂ ਦੇ ਮਨਾਂ ਤੇ ਗਹਿਰਾ ਅਸਰ ਛੱਡਿਆ। ਸਿਖਾਂਦਰੂਆਂ ਉੱਤੇ ਖਾਸ ਕਰਕੇ ਉਸ ਤੋਂ ਬਾਅਦ ਸਿੱਖ ਕੌਮ ਦੇ ਅਜੋਕੇ ਲਹੂ ਵਿਟਵੇਂ ਸੰਘਰਸ਼ ਦਾ ਮੈਦਾਨ ਪੱਧਰਾਉਣ ਤੇ ਗਰਮਾਉਣ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੋਸ਼ ਉਪਜਾਊ ਕਥਨਾਂ, ਬਿਆਨਾਂ ਤੇ ਭਾਸ਼ਣਾਂ ਦੀ ਪ੍ਰਭਾਵਕਾਰੀ ਭੂਮਿਕਾ ਬਾਰੇ ਕਿਸੇ ਨੂੰ ਵੀ ਸੰਦੇਹ ਨਹੀਂ ਹੈ। ਇਤਿਹਾਸ ਅੰਦਰਲੇ ਸਿੱਖ ਸ਼ਹੀਦੀ ਕਾਰਨਾਮੇ ਇੱਕ ਤਾਂ ਵੈਸੇ ਹੀ ਇੰਨੇ ਪ੍ਰਭਾਵਸ਼ਾਲੀ ਤੇ ਰੋਮਾਂਚਕਾਰੀ ਹਨ ਕਿ ਇਹ ਮਨਾਂ ਉੱਤੇ ਬਹੁਤ ਹੀ ਕੀਲਵਾਂ ਅਸਰ ਛੱਡਦੇ ਹਨ, ਪਰ ਜਦ ਸਿੱਖ ਬਿਰਤਾਂਤਕਾਰਾਂ, ਪ੍ਰਚਾਰਕਾਂ, ਕਥਾਕਾਰਾਂ, ਰਾਗੀਆਂ, ਢਾਡੀਆਂ ਆਦਿ ਦੁਆਰਾ ਆਪਣੀਆਂ ਲਿਖਤਾਂ ਵਿੱਚ ਜਾਂ ਲੈਕਚਰਾਂ ਦੇ ਜ਼ਰੀਏ ਇਹਨਾਂ ਨੂੰ ਕਲਪਨਾ ਦੀ ਪੁੱਠ ਦੇ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਇਹਨਾਂ ਦੀ ਸਿੱਧਤ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਹ ਪਾਠਕਾਂ ਦੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੰਦੇ ਹਨ। ਉਦਾਹਰਨ ਦੇ ਤੌਰ ਤੇ ਚਮਕੌਰ ਸਾਹਿਬ ਦੀ ਜੰਗ ਅੰਦਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਉਂਦਿਆਂ ਜਦ ਗੁਰੂ ਸਾਹਿਬ ਦੁਆਰਾ ਆਪਣੇ ਲਾਡਲੇ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਹੀਦੀ ਬਾਣੇ ਪਹਿਨਾਉਣ ਅਤੇ ਫਿਰ ਮੋਹ ਭਿੱਜਿਆ ਥਾਪੜਾ ਦੇ ਕੇ ਜੰਗ ਦੇ ਮੈਦਾਨ ਨੂੰ ਤੋਰਨ ਦਾ ਦ੍ਰਿਸ਼ ਖਿੱਚਿਆ ਜਾਂਦਾ ਹੈ ਤਾਂ ਇਸ ਨਾਲ ਅਜਿਹਾ ਵਿਰਾਗਮਈ ਤੇ ਵੀਰ ਰਸੀ ਮਾਹੌਲ ਸਿਰਜਿਆ ਜਾਂਦਾ ਹੈ ਕਿ ਸਰੋਤਿਆਂ ਦੀਆਂ ਅੱਖਾਂ ਅੰਦਰ ਇੱਕੋ ਮੌਕੇ ਪਾਣੀ ਦੇ ਲਹੂ ਉਤਰ ਆਉਂਦਾ ਹੈ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।